अटल तख्त चवर छत्र जी के मालिक सो धन धन साहिब श्री गुरु ग्रंथ साहिब पातशाह जी ने ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਅੰਮ੍ਰਿਤਮਈ ਉਪਦੇਸ਼ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸੋ ਅੱਜ ਦੇ ਪਾਵਨ ਹੁਕਮ ਦੁਆਰਾ ਸਤਿਗੁਰਾਂ ਨੇ ਸਾਨੂੰ ਕੀ ਸਿੱਖਿਆ ਦੇਣੀ ਕੀਤੀ। ਗੁਰੂ ਨੇ ਤਰਸ ਕਰਕੇ ਰਹਿਮਤ ਕਰਕੇ ਸਾਡੀ ਝੋਲੀ ਪਾਵਨ ਉਪਦੇਸ਼ ਪਾਇਆ ਹੈ। ਆਓ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ। ਵਾਹਿਗੁਰੂ ਜੀ ਸੋਹੀ ਮਹੱਲਾ ਚੌਥਾ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੋਹੇ ਰਾਗ ਦੇ ਅੰਦਰ ਮਹੱਲਾ ਚੌਥਾ ਭਾਵ ਚੌਥੇ ਸ਼ਹਿਨਸ਼ਾਹ ਚੌਥੇ ਗੁਰਦੇਵ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਉਪਦੇਸ਼ ਹੈ। ਤੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬਖਸ਼ਾਂ ਇਸ ਹੁਕਮ ਦੁਆਰਾ ਸਾਡੀ ਝੋਲੀ ਵਿੱਚ ਪਾ ਰਹੇ ਨੇ। ਆਓ ਮਨੋਬਿਰਤੀਆਂ ਕਰੀਏ ਇਕਾਗਰ ਸਮਝੀਏ ਜੀ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਗਏ। ਰਹਾਉ ਵਾਲੇ ਬੰਦ ਅੰਦਰ ਸਤਿਗੁਰਾਂ ਨੇ ਰਹਿਮਤ ਕੀਤੀ। ਰਹਾਉ ਸ਼ਬਦ ਦਾ ਕੇਂਦਰੀ ਭਾਵ ਹੈ ਤੇ ਗੁਰਮੁਖੋ ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰਾਂ ਨੇ ਤਤ ਭਾਵ ਨਿਚੋੜ ਟਿਕਾ ਦਿੱਤਾ। ਰਹਾਉ ਦੇ ਵਿੱਚ ਸਤਿਗੁਰਾਂ ਨੇ ਸਾਰੀ ਸ਼ਬਦ ਦੀ ਬਾਤ ਸਮਝਾ ਦਿੱਤੀ। ਰਹਾਉ ਦੀ ਸਮਝ ਆ ਗਈ, ਸਾਰਾ ਸ਼ਬਦ ਸੁਖਾਲਾ ਸਮਝ ਪੈ ਜਾਵੇਗਾ। ਤੇ ਮੇਰੇ ਦਾਤਾ ਜੀ ਕੀ ਕਹਿ ਰਹੇ ਨੇ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਭਾਵ ਗੁਰੂ ਕੇ ਬਚਨਾਂ ਤੇ ਚੱਲਣ ਵਾਲੇ, ਜਿਸ ਨੇ ਗੁਰੂ ਕੇ ਬਚਨ ਭਾਵ ਗੁਰ ਉਪਦੇਸ਼ ਨੂੰ ਮੰਨ ਲਿਆ। ਜਿਵੇਂ ਹੁਣ ਅਸੀਂ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਹੁਕਮ ਦੀ ਵਿਚਾਰ ਕਰ ਰਹੇ ਹਾਂ ਤੇ ਗੁਰਮੁਖੋ ਇਸ ਵਿਚਾਰ ਨੂੰ ਇਸ ਹੁਕਮ ਨੂੰ ਮੰਨ ਲੈਣਾ। ਸਾਹਿਬ ਜੀ ਕਹਿ ਰਹੇ ਹਨ ਜਿਨ੍ਹਾਂ ਜਪਿਆ ਮੇਰਾ ਹਰ ਹਰ, ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਮੰਨ ਕੇ ਗੁਰੂ ਦੁਆਰਾ ਗੁਰੂ ਕੇ ਕਹਿਣ ਦੁਆਰਾ ਜਪਿਆ ਤੇ ਸਾਹਿਬ ਕਹਿ ਰਹੇ ਹਨ ਤਿਨ ਕੇ ਹਉਮੈ ਰੋਗ ਗਏ। ਸਤਿਗੁਰਾਂ ਨੇ ਉਸ ਮਨੁੱਖ ਦੇ ਅੰਦਰ ਦੇ ਰੋਗ ਖਤਮ ਕਰ ਦਿੱਤੇ, ਉਸ ਦੀਆਂ ਅੰਦਰ ਦੀਆਂ ਤ੍ਰਿਸ਼ਨਾਵਾਂ ਖਤਮ ਕਰ ਦਿੱਤੀਆਂ, ਅੰਦਰ ਦੀ ਦੁਬਿਧਾ ਖਤਮ ਕਰ ਦਿੱਤੀ, ਅੰਦਰ ਦੇ ਵਿਕਾਰ ਖਤਮ ਕਰ ਦਿੱਤੇ। ਪਰ ਭਾਗਾਂ ਵਾਲਿਓ ਅੱਜ ਦੇ ਇਸ ਸਮੇਂ ਦੇ ਵਿੱਚ ਮਨੁੱਖ ਨੇ ਬਾਹਰ ਮੁਖੀ ਤਰੱਕੀ ਤੇ ਬਹੁਤ ਕੀਤੀ। ਅੱਜ ਦੇ ਸਮੇਂ ਦੇ ਵਿੱਚ ਵਿਗਿਆਨ ਦਾ ਯੁੱਗ ਹੈ, ਮਨੁੱਖ ਨੇ ਤਰੱਕੀ ਬਹੁਤ ਕੀਤੀ ਤੇ ਗੁਰਮੁਖੋ ਸੰਸਾਰਕ ਪੱਧਰ ਤੇ ਤਰੱਕੀ ਬੜੀ ਕੀਤੀ। ਪਰ ਸਤਿਗੁਰੂ ਜੀ ਕਹਿ ਰਹੇ ਹਨ ਆਤਮਿਕ ਪੱਧਰ ਇਸ ਦਾ ਬੜਾ ਨੀਵਾਂ ਚਲਾ ਗਿਆ। ਕਿਉਂਕਿ ਸਾਹਿਬ ਜੀ ਕਹਿ ਰਹੇ ਹਨ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰ ਬੜਾ ਪ੍ਰਕਾਸ਼ ਦਿਸ ਰਿਹਾ ਹੈ। ਹੁਣ ਤੇ ਰਾਤ ਦਾ ਵੀ ਇਸ ਨੇ ਪ੍ਰਬੰਧ ਕਰ ਲਿਆ ਜੋ ਲਾਈਟ ਆਦਿਕ ਦਾ। ਤੇ ਸਾਹਿਬ ਜੀ ਕਹਿ ਰਹੇ ਹਨ ਇਸ ਨੇ ਆਪਣੇ ਅੰਦਰ ਕੋਈ ਪ੍ਰਬੰਧ ਨਹੀਂ ਕੀਤਾ, ਆਪਣੇ ਹਿਰਦੇ ਅੰਦਰ ਆਪਣੇ ਜੀਵਨ ਜਾਂਚ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ। ਕਿਉਂਕਿ ਗੁਰੂ ਕਾ ਗਿਆਨ ਪ੍ਰਕਾਸ਼ ਹੈ, ਗੁਰੂ ਕਾ ਗਿਆਨ ਉਜਾਲਾ ਹੈ ਤੇ ਗੁਰੂ ਸ਼ਬਦ ਦਾ ਅਰਥ ਹੀ ਗੂ ਤੋਂ ਭਾਵ ਅੰਧੇਰਾ, ਰੂ ਤੋਂ ਭਾਵ ਪ੍ਰਕਾਸ਼। ਅੰਧੇਰੇ ਚੋਂ ਖਿੱਚ ਕੇ ਪ੍ਰਕਾਸ਼ ਦੇ ਵਿੱਚ ਲਿਆਉਣ ਵਾਲਾ ਗੁਰੂ, ਸਾਨੂੰ ਮੁਖ ਉਜਲੇ ਕਰਨ ਵਾਲਾ ਗੁਰੂ, ਸਾਨੂੰ ਉਜਾਲਾ ਦੇਣ ਵਾਲਾ ਗੁਰੂ। ਤੇ ਸਾਹਿਬ ਜੀ ਕਹਿ ਰਹੇ ਹਨ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਨਹੀਂ ਮੰਨਿਆ, ਕੇਵਲ ਸੰਸਾਰ ਦੇ ਵਿੱਚ ਆਏ, ਸੰਸਾਰ ਵਿੱਚ ਕੁਝ ਸਮਾਂ ਬਿਤਾਇਆ ਤੇ ਚਲੇ ਗਏ। ਅੱਗੇ ਵੀ ਸੰਸਾਰ ਦੇ ਵਿੱਚ ਵੀ ਸਾਹਿਬ ਜੀ ਕਹਿ ਰਹੇ ਹਨ ਠੋਕਰਾਂ ਪਈਆਂ ਤੇ ਰੱਬ ਜੀ ਦੀ ਦਰਗਾਹ ਅੰਦਰ ਵੀ ਸਨਮਾਨ ਨਹੀਂ ਮਿਲੇਗਾ। ਇਸ ਲਈ ਸੰਸਾਰ ਅੰਦਰ ਸਮਾਜ ਅੰਦਰ ਤਰੱਕੀ ਬੜੀ ਮਨੁੱਖ ਨੇ ਕਰ ਲਈ। ਸਾਹਿਬ ਜੀ ਕਹਿ ਰਹੇ ਹਨ ਆਪਣੇ ਆਤਮਿਕ ਪੱਧਰ ਨੂੰ ਵੀ ਉੱਚਾ ਚੱਕ ਲੈ।
तो एक सज्जन कहता है, लोगों की तरक्की के अंदाज निराले हैं, जिहनों में अंधेरा है सड़कों पे उजाले हैं। मनुख ने प्रबंध इत तक कर लिया, सड़कों ते भी प्रकाश उजाला कर लिया, पर सतगुरु जी कह रहे हैं, जिहनों भाव तेरे हिरदे अंदर बड़ा अंधेरा है। हिरदे अंदर बड़ी अंधेरी रात चुकी फिरदा है, हम अंधले अंध बिखै बिख राते। साहब जी कह रहे हैं, सतगुरु जी असी ज्ञान तो हीने हाँ, अन्ने हाँ, अंध बिखै बिखराते, भाव अंधेरे रस्ते दे विच जा रहे हाँ। एक ते ज्ञान वालियां अखां कोल नहीं, दूसरा साहब जी कह रहे हैं, रस्ता भी अंधेरा है, हम अंधले अंध बिखै बिखराते। भाव संसार दे बिख, संसार दे रंगां, संसार दे तमाशियां, संसार दी मोह माया विच फसिया होया। ते साहब कह रहे हैं, बिखै बिखराते क्यों चालै गुर चाली, क्यों तो भाव किवें तेरे दिखाए रस्ते ते चलिया जावे, किवें तेरियां पैड़ां दे उत्ते चलिया जावे, किवें तेरे बचनां दे उत्ते चलिया जावे। ते सतगुरां ने इत्थे समझा दिता किवें चल सकदा है। गुरबचनी जिन्हां जपिया मेरा हर हर, जिन्हां ने गुरु के बचनां नूं जपिया, जिन्हां ने गुरु के बचनां नूं मान लिया, ते साहब कह रहे हैं, तिनके होमै रोग गए। गुरबचनी जिन्हां जपिया मेरा हर हर, साहब जी कह रहे हैं, रब जी की इबादत की। इस दी पहली पंक्ति है रहाओ वाली, मेरे राम हर जन अरोग पए। ऐ मेरे राम जी, रब जी, अकाल पुरख परमात्मा जी। तो गुरमुखो जिथे सतगुरां ने अकला राम शब्द वरतिया, भाव रब जी वास्ते है। जिथे राम जी की बात की तो गुरमुखो उत्थे नाल हनुमान जी का जां दशरथ जी का जां सीता का जिक्र आवेगा। तो जिथे सतगुरां ने राम लफ्ज वरतिया है, तो सतगुरु जी कह रहे हैं, रब वास्ते है। कईयां नूं बड़ा वड्डा भुलेखा लग जाता है, पर सतगुरु जी कह रहे हैं, ए बंदे, क्योंकि गुरमुखो बाणी दे एक बिंदी भी लगा दी अर्थ का अनर्थ हो जाएगा। तो सतगुरां दी बाणी अर्थां मुताबक समझांगे, समझ सुखाली आ जाएगी। क्योंकि जितना समा अर्थ नहीं समझे, सानू टिकाओ अंदर आवेगा नहीं। जितना समा अर्थ की समझ नहीं आवेगी, सानू तत्त नहीं मिलेगा। खोजत खोजत तत्त विचारियो, दास गोविंद प्राइन। जितना समा तत्त की खोज नहीं करेगा, तत्त गुरु के उपदेश का साहब जी कह रहे हैं विचार है। तो जितना समा विचार नूं अपने जीवन विच लागू नहीं करेगा, अंदर दे रोग खत्म नहीं होणगे। मेरे राम हर जन अरोग भए। हे मेरे रब जी, तैनूं जपण वाले, तैनूं ध्याउण वाले, तेरी बंदगी करन वाले, तेरी इबादत करन वाले, भरोसा तेरे ते रखण वाले अंदरों अरोग हो गए, विकारां ते काबू पा लिया। सतगुरु जी कह रहे हैं, अंदर दे विकार जित लए, इन्हां विकारां नूं काबू विच कर लिया है जी। गुरबचनी जिन्हां जपिया मेरा हर हर, तिनके होमै रोग गए। गुरु के बचनां नूं जपण वाला, रब जी की इबादत करन वाला, गुरु नूं ध्याउण वाला, साहब कह रहे हैं, तिनके होमै रोग गए। उन्हां दे होमै वर्गे वड्डे रोग भी खत्म हो गए, जिसनों सतगुरां ने कह दिता, होमै दीर्घ रोग है, दारू पी इसमाहे। होमै दा बड़ा वड्डा रोग है, क्योंकि जन्मां जन्मां तो मनुख दे नाल चलिया आ रहा है। मनुख ने शरीर भावें बदलिया, 84 ਲੱਖ शरीरां विच दी हुंदा होया मनुखा शरीर तक पहुँचिया। साहब जी कह रहे हैं, शरीर बदलदा गया, तो इस दे अंदर वो होमै नहीं बदली। होमै दी मैल उसे तरह इस दे अंदर वधदी गई। तो सतगुरु जी कह रहे हैं, इस होमै दी दारू भी है, इस होमै दा इलाज भी है। सतगुरां नूं पुछिए की इलाज है? साहब कह रहे हैं, होमै दीर्घ रोग है, दारू पी इस माहे। किरपा करे जे अपनी तां गुर का शब्द समाहे।
ਜੇ ਗੁਰੂ ਦੇ ਸ਼ਬਦ ਵਿੱਚ ਸਮਾਉਣਾ ਚਾਹਣਾ ਹੈ, ਸਾਹਿਬ ਜੀ ਕਹਿ ਰਹੇ ਹਨ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾ। ਭਾਵ ਗੁਰੂ ਕੇ ਹੁਕਮ ਨੂੰ ਮੰਨ, ਗੁਰੂ ਕੇ ਉਪਦੇਸ਼ ਨੂੰ ਮੰਨ, ਸਤਿਗੁਰਾਂ ਦੀ ਪਾਵਨ ਬਾਣੀ ਨੂੰ ਸੁਣ ਕੇ ਆਪਣੇ ਜੀਵਨ ਦਾ ਆਧਾਰ ਬਣਾ ਲੈ, ਤਾਂ ਤੇਰੇ ਅੰਦਰ ਦਾ ਹਉਮੈ ਦਾ ਰੋਗ ਖਤਮ ਹੋਵੇਗਾ। ਸਤਿਗੁਰਾਂ ਨੇ ਇੱਥੇ ਵੀ ਇਹੀ ਬਾਤ ਸਮਝਾਈ, ਗੁਰਬਚਨੀ ਭਾਵ ਗੁਰੂ ਕੇ ਬਚਨਾਂ ਨੂੰ ਜਿਨ੍ਹਾਂ ਜਪਿਆ ਮੇਰਾ ਹਰ ਹਰ, ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਗੁਰੂ ਕੇ ਬਚਨਾਂ ਨੂੰ ਜਪਣਾ ਕੀਤਾ, ਧਿਆਉਣਾ ਕੀਤਾ, ਸਿਮਰਨਾ ਕੀਤਾ, ਤਿਨ ਕੇ ਹਉਮੈ ਰੋਗ ਗਏ। ਉਹਨਾਂ ਦੇ ਹਉਮੈ ਵਰਗੇ ਵੱਡੇ ਰੋਗ ਵੀ ਖਤਮ ਹੋ ਗਏ ਜੀ। ਰਹਾਓ ਰਹਾਓ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਇੱਥੇ ਇੱਕ ਰੋਗ ਦੀ ਬਾਤ ਨਹੀਂ, ਸਤਿਗੁਰੂ ਜੀ ਕਹਿ ਰਹੇ ਹਨ ਉਹਨਾਂ ਦੇ ਅੰਦਰ ਦੇ ਸਾਰੇ ਰੋਗ ਖਤਮ ਹੋ ਗਏ ਜਿਨ੍ਹਾਂ ਦੇ ਅੰਦਰ ਰੱਬ ਵਸ ਗਿਆ। ਜਿਨ ਕੈ ਅੰਤਰ, ਅੰਤਰ ਤੋਂ ਭਾਵ ਹਿਰਦਾ, ਵਸਿਆ ਮੇਰਾ ਹਰ ਹਰ। ਸਾਹਿਬ ਜੀ ਕਹਿ ਰਹੇ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਰੱਬ ਵਸਿਆ, ਹਰੀ ਵਸਿਆ, ਤਿਨ ਕੇ ਸਭ ਰੋਗ ਗਵਾਏ। ਉਹਨਾਂ ਦੇ ਸਾਰੇ ਅੰਦਰ ਦੇ ਰੋਗ, ਸਾਰੇ ਅੰਦਰ ਦੇ ਭਰਮ, ਸਾਰੇ ਅੰਦਰ ਦੇ ਡਰ ਖਤਮ ਹੋ ਗਏ, ਕਿਉਂਕਿ ਗੁਰੂ ਅੰਦਰ ਬਿਰਾਜਮਾਨ ਹੋ ਗਿਆ ਹੈ ਜੀ। ਤੇ ਮੁਕਤ ਭਏ, ਸਾਹਿਬ ਜੀ ਕਹਿ ਰਹੇ ਹਨ ਸੰਸਾਰ ਵਿੱਚ ਉਹ ਮੁਕਤ ਹੋ ਗਏ। ਜਿਨ ਹਰ ਨਾਮ ਧਿਆਇਆ, ਮੁਕਤ ਕਿਹੜੇ ਹੋਏ ਜਿਨ੍ਹਾਂ ਨੇ ਰੱਬ ਜੀ ਦੇ ਨਾਮ ਨੂੰ ਧਿਆਉਣਾ ਕੀਤਾ। ਤੇ ਗੁਰਮੁਖੋ ਭਗਤ ਨਾਮਦੇਵ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਅਰਜ਼ੋਈ ਕੀਤੀ, ਜੋ ਅਰਦਾਸ ਕੀਤੀ, ਭਗਤ ਨਾਮਦੇਵ ਜੀ ਮੰਦਰ ਦੇ ਵਿੱਚ ਗਏ, ਕਿਉਂਕਿ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਛੋਟੀ ਜਾਤ ਦਾ ਮੰਨਿਆ ਜਾਂਦਾ ਸੀ। ਭਗਤ ਨਾਮਦੇਵ ਜੀ ਸ਼ਿੰਬੇ ਜਾਤ ਦੇ ਸਨ। ਤੇ ਗੁਰਮੁਖੋ ਸਤਿਗੁਰੂ ਜੀ ਕਹਿ ਰਹੇ ਹਨ ਜਿਨ੍ਹਾਂ ਨੇ ਰੱਬ ਜੀ ਦਾ ਨਾਮ ਜਪਿਆ ਉਸ ਦੀਆਂ ਜਾਤੀਆਂ ਨਹੀਂ, ਕਿਉਂਕਿ ਰੱਬ ਨੇ ਤੇ ਕੇਵਲ ਇੱਕ ਇਨਸਾਨ ਬਣਾਇਆ ਤੇ ਮਨੁੱਖ ਨੇ ਜਾਤੀਆਂ ਬਣਾ ਦਿੱਤੀਆਂ। ਰੱਬ ਨੇ ਸਮਾਂ ਬਣਾਇਆ, ਮਨੁੱਖ ਨੇ ਸਮੇਂ ਦੀ ਵੰਡ ਕਰ ਦਿੱਤੀ, ਕਿਉਂਕਿ ਜਿਵੇਂ ਜਿਵੇਂ ਮਨੁੱਖ ਦੇ ਜੀਵਨ ਵਿੱਚ ਗਿਰਾਵਟ ਆਉਂਦੀ ਰਹੀ, ਮੱਤ ਮੈਲੀ ਹੁੰਦੀ ਰਹੀ, ਮਨੁੱਖ ਨੇ ਕਸੂਰ ਆਪਣਾ ਨਹੀਂ ਕੱਢਿਆ, ਕਸੂਰ ਸਮੇਂ ਦਾ ਕੱਢ ਦਿੱਤਾ। ਤੇ ਭਗਤ ਨਾਮਦੇਵ ਜੀ ਜਦ ਮੰਦਰ ਦੇ ਵਿੱਚ ਗਏ ਤੇ ਗੁਰਮੁਖੋ ਭਗਤ ਨਾਮਦੇਵ ਜੀ ਹਾਲੇ ਪੌੜੀਆਂ ਹੀ ਮੰਦਰ ਦੀਆਂ ਚੜ੍ਹੇ ਸਨ। ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਏ, ਮੰਦਰ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਭਗਤ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ। ਤੇ ਗੁਰਮੁਖੋ ਜਦ ਪਿੱਛੇ ਜਾ ਕੇ ਬੈਠੇ ਰੱਬ ਜੀ ਨੂੰ ਉਲਾਂਭੇ ਦੇਣ ਲੱਗੇ, ਕਹਿਣ ਲੱਗੇ ਮੂਏ ਹੋਏ ਕੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਰੱਬ ਜੀ ਨੂੰ ਕਹਿਣ ਲੱਗੇ ਹੇ ਰੱਬ ਜੀ, ਤੁਸੀਂ ਕਹਿੰਦੇ ਹੋ ਜੋ ਰੱਬ ਜੀ ਦੀ ਇਬਾਦਤ ਕਰਦਾ ਹੈ ਉਸ ਨੂੰ ਮੁਕਤੀ ਮਿਲਦੀ ਹੈ। ਰੱਬ ਜੀ ਦੀ ਇਬਾਦਤ ਕਰਨ ਵਾਲੇ ਨੂੰ ਮੁਕਤੀ ਮਿਲਦੀ ਹੈ, ਅਕਾਲ ਪੁਰਖ ਜੀ ਦੇ ਨਾਲ ਸਾਂਝ ਬਣ ਜਾਂਦੀ ਹੈ, ਪਰ ਇੱਥੇ ਤੇ ਤੇਰੇ ਘਰ ਦੇ ਵਿੱਚ ਮੈਨੂੰ ਵੜ ਨਹੀਂ ਦੇ ਰਹੇ। ਤੇ ਗੁਰਮੁਖੋ ਭਗਤ ਨਾਮਦੇਵ ਜੀ ਦੇ ਇਹਨਾਂ ਪਾਵਨ ਬੋਲਾਂ ਨੂੰ ਸੁਣ ਕੇ ਰੱਬ ਜੀ ਨੇ ਗੁਰਮੁਖੋ ਉਹ ਦੇਹਰਾ ਘੁਮਾ ਦਿੱਤਾ, ਉਹ ਮੰਦਰ ਘੁਮਾ ਦਿੱਤਾ। ਤੇ ਸਤਿਗੁਰਾਂ ਨੂੰ ਕਹਿਣ ਲੱਗੇ ਜੇ ਮੈਨੂੰ ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ, ਕਿਉਂਕਿ ਵੱਡੇ ਧਰਮਾਂ ਦੇ ਵਿੱਚ ਕਿਹਾ ਜਾਂਦਾ ਹੈ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਮੋਕਸ਼ ਮਿਲੇਗਾ, ਪਰ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਬੰਦਾ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਸੰਸਾਰ ਵਿੱਚ ਭਾਵੇਂ ਰਹਿ ਵਿਚਰ ਰਿਹਾ ਹੈ, ਪਰ ਸਤਿਗੁਰੂ ਜੀ ਇਸ ਦੀ ਆਤਮਾ ਨੂੰ, ਇਸ ਦੇ ਅੰਦਰ ਨੂੰ ਸੁਤੰਤਰ ਕਰ ਦਿੰਦੇ ਨੇ, ਅੰਦਰ ਦੇ ਵਿਕਾਰ ਜਿਉਂਦੇ ਦੇ ਹੀ ਖਤਮ ਕਰ ਦਿੰਦੇ ਨੇ। ਭਗਤ ਨਾਮਦੇਵ ਜੀ ਇਹੀ ਕਹਿ ਰਹੇ ਨੇ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਕੌਣ ਦੇਖੇਗਾ, ਮੈਨੂੰ ਜਿਉਂਦੇ ਨੂੰ ਮੁਕਤੀ ਚਾਹੀਦੀ ਹੈ। ਤੇ ਗੁਰਮੁਖੋ ਰੱਬ ਜੀ ਨੇ ਇਸ ਭਗਤ ਨਾਮਦੇਵ ਜੀ ਦੇ ਜਿਨ੍ਹਾਂ ਨੇ ਸਭ ਤੋਂ ਵੱਧ ਦਰਸ਼ਨ ਰੱਬ ਜੀ ਦੇ ਕੀਤੇ, ਜ਼ਿਕਰ ਇਹਨਾਂ ਦੀਆਂ ਸਾਖੀਆਂ ਦੇ ਵਿੱਚ ਪੜ੍ਹਨ ਤੋਂ ਮਿਲਦਾ ਹੈ। 72 ਵਾਰ ਰੱਬ ਜੀ ਦੇ ਇਹਨਾਂ ਨੇ ਪ੍ਰਤੱਖ ਦਰਸ਼ਨ ਕੀਤੇ। ਪਰ ਭਾਗਾਂ ਵਾਲਿਓ ਜਿਸ ਨੇ ਰੱਬ ਜੀ ਦੀ ਇਬਾਦਤ ਕਰ ਲਈ, ਜਿਸ ਦੇ ਹਿਰਦੇ ਅੰਦਰ ਗੁਰੂ ਵਸ ਗਿਆ, ਉਹ ਸਦੀਵ ਹੀ ਦਰਸ਼ਨ ਕਰਦਾ ਰਹਿੰਦਾ ਹੈ। ਹਰ ਵਕਤ ਹਰ ਸਮਾਂ ਉਸ ਦਾ ਅੰਮ੍ਰਿਤ ਵੇਲਾ ਬਣ ਜਾਂਦਾ ਹੈ, ਹਰ ਵਕਤ ਰੱਬ ਜੀ ਦੀ ਇਬਾਦਤ ਵਿੱਚ ਜੁੜਿਆ ਰਹਿੰਦਾ ਹੈ। ਰੱਬ ਜੀ ਦੀ ਇਬਾਦਤ ਵਿੱਚ ਜੁੜਨਾ ਗੁਰੂ ਕੇ ਦੀਦਾਰ ਕਰਨਾ ਹੈ।
ਹਿਰਦੇ ਕਰਕੇ ਗੁਰੂ ਕੀ ਇਬਾਦਤ ਕੀਤੀ ਹਰ ਵਕਤ ਗੁਰੂ ਕੇ ਦੀਦਾਰ ਕਰ ਸਕਦਾ ਹੈ। ਸਾਹਿਬ ਕਹਿ ਰਹੇ ਹਨ ਬਿਰਤੀ ਇਤਨੀ ਉੱਚੀ ਬਣ ਜਾਵੇਗੀ, ਹਰ ਵਕਤ ਗੁਰੂ ਕੇ ਦੀਦਾਰ ਤੈਨੂੰ ਹੋਣਗੇ। ਤੇ ਭਗਤ ਨਾਮਦੇਵ ਜੀ ਜਦੋਂ ਉਲਾਂਭੇ ਦੇ ਰਹੇ ਨੇ, ਰੱਬ ਜੀ ਦੇ ਨਾਲ ਬਾਤਾਂ ਕਰ ਰਹੇ ਨੇ, ਕਿਉਂਕਿ ਬੰਦਗੀ ਉਸ ਦੀ ਕਰਦੇ ਨੇ। ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ, ਜਿਸ ਦੀ ਬੰਦਗੀ ਕਰਦੇ ਨੇ ਉਹ ਭਗਤਾਂ ਦੇ ਵਸ ਵਿੱਚ ਹੈ। ਭਗਤਾਂ ਨੂੰ ਉਸ 'ਤੇ ਭਰੋਸਾ ਹੈ, ਉਸ 'ਤੇ ਮਾਣ ਹੈ, ਉਸ ਦੀ ਓਟ ਹੈ, ਉਸ ਦਾ ਆਸਰਾ ਹੈ। ਤੇ ਸਾਹਿਬ ਜੀ ਇਸੇ ਲਈ ਬਾਣੀ ਦੁਆਰਾ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਨੇ ਜਪ ਲਿਆ ਉਹਨਾਂ ਦੇ ਹਿਰਦੇ ਅੰਦਰ ਵਸ ਗਿਆ ਤੇ ਗੁਰੂ ਆਪ ਚੱਲ ਕੇ ਆਉਂਦਾ ਹੈ। ਇਸ ਲਈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਐ ਬੰਦੇ ਤੂੰ ਇੱਕ ਕਦਮ ਤੇ ਗੁਰੂ ਵੱਲ ਚੱਲ, ਗੁਰੂ ਹਜ਼ਾਰਾਂ ਕਦਮ ਕਰੋੜਾਂ ਕਦਮ ਤੇਰੇ ਵੱਲ ਚੱਲ ਕੇ ਆਵੇਗਾ। ਤੂੰ ਆਪਣੇ ਮਨ ਨੂੰ ਗੁਰੂ ਵੱਲ ਤੋਰ ਤੇ ਸਹੀ, ਆਪਣੇ ਮਨ ਨੂੰ ਗੁਰੂ ਕੇ ਚਰਨਾਂ ਦੇ ਵਿੱਚ ਜੋੜ ਤੇ ਸਹੀ। ਸਾਹਿਬ ਜੀ ਕਹਿ ਰਹੇ ਹਨ ਗੁਰੂ ਤੈਨੂੰ ਅੱਗੇ ਲੈਣ ਵਾਸਤੇ ਆਵੇਗਾ, ਕਿਉਂਕਿ ਭਾਗਾਂ ਵਾਲਿਓ ਗੁਰੂ ਤੇ ਬਾਹਾਂ ਫੈਲਾਈ ਬੈਠਾ ਹੈ। ਜੋ ਗੁਰੂ ਦੀ ਗੋਦ ਵਿੱਚ ਬਿਰਾਜਮਾਨ ਹੋ ਗਿਆ, ਸਾਹਿਬ ਕਹਿ ਰਹੇ ਹਨ ਉਸ ਨੂੰ ਸੰਸਾਰ ਦਾ ਡਰ ਨਹੀਂ ਰਹਿੰਦਾ, ਉਸ ਨੂੰ ਦੁਨੀਆ ਦਾ ਡਰ ਨਹੀਂ ਰਹਿੰਦਾ, ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ, ਉਸ ਨੂੰ ਰੋਗਾਂ ਦਾ ਡਰ ਨਹੀਂ ਰਹਿੰਦਾ, ਉਸ ਨੂੰ ਸੰਸਾਰ ਦੇ ਪਦਾਰਥਾਂ ਦਾ ਡਰ ਨਹੀਂ ਰਹਿੰਦਾ, ਕਿਉਂਕਿ ਸੰਸਾਰ ਦਾ ਗੁਰੂ ਉਸ ਨੂੰ ਬਣਾ ਦਿੰਦਾ ਹੈ। ਇਸ ਲਈ ਭਾਗਾਂ ਵਾਲਿਓ ਸਤਿਗੁਰੂ ਜੀ ਕਹਿ ਰਹੇ ਹਨ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਉਹਨਾਂ ਦੇ ਅੰਦਰ ਦੇ ਸਾਰੇ ਰੋਗ ਖਤਮ ਹੋ ਗਏ ਜੀ, ਤੇ ਮੁਕਤ ਭਏ। ਜਿਨ ਹਰਿ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ। ਸਾਹਿਬ ਜੀ ਕਹਿ ਰਹੇ ਹਨ ਜਿਨ੍ਹਾਂ ਨੇ ਰੱਬ ਜੀ ਦੇ ਨਾਮ ਨੂੰ ਧਿਆਉਣਾ ਕੀਤਾ, ਜਿਉਂਦੇ ਹੀ ਸੰਸਾਰ ਵਿੱਚ ਮੁਕਤ ਹੋ ਗਏ, ਜਿਉਂਦੇ ਹੀ ਸੰਸਾਰ ਦੇ ਵਿੱਚ ਮੋਕਸ਼ ਪ੍ਰਾਪਤ ਕਰ ਲਿਆ। ਜਿਨ ਹਰ ਨਾਮ ਤੇ ਆਇਆ, ਮੁਕਤੀ ਕਿੰਨਾ ਪ੍ਰਾਪਤ ਕੀਤੀ ਜਿਨ੍ਹਾਂ ਨੇ ਰੱਬ ਜੀ ਦੇ ਨਾਮ ਨੂੰ ਧਿਆਉਣਾ ਕੀਤਾ। ਸਾਹਿਬ ਜੀ ਕਹਿ ਰਹੇ ਹਨ ਮਰਨ ਤੋਂ ਬਾਅਦ ਮੁਕਤੀ ਨਹੀਂ, ਜਿਉਂਦੇ ਮੁਕਤੀ ਪ੍ਰਾਪਤ ਕਰ ਸਕਦੇ ਹੋ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਗੁਰੂ ਤੈਨੂੰ ਜਿਉਂਦਿਆਂ ਮੁਕਤ ਕਰ ਰਿਹਾ ਹੈ, ਅੰਦਰ ਦੇ ਵਿਕਾਰ ਖਤਮ ਕਰਕੇ, ਅੰਦਰ ਰੱਬ ਜੀ ਦੀ ਇਬਾਦਤ ਨੂੰ ਟਿਕਾ ਕੇ ਗੁਰੂ ਹਿਰਦੇ ਨੂੰ ਪਵਿੱਤਰ ਕਰ ਦਿੰਦਾ ਹੈ। ਤਿੰਨ ਪਵਿੱਤ ਪਰਮ ਪਦ ਪਾਏ, ਹਿਰਦਾ ਪਵਿੱਤਰ ਹੋ ਗਿਆ, ਪਰਮ ਗਤੀ ਨੂੰ ਪ੍ਰਾਪਤ ਹੋ ਗਏ। ਇਸ ਲਈ ਭਾਗਾਂ ਵਾਲਿਓ ਜੋ ਚੰਗੇ ਕੰਮ ਕਰਨ ਵਾਲਾ, ਸੰਸਾਰ ਦੇ ਵਿੱਚ ਚੰਗੀ ਵਾਹ ਖੱਟਣ ਵਾਲਾ, ਸੰਸਾਰ ਦੇ ਵਿੱਚ ਗੁਰੂ ਮੁਤਾਬਕ ਚੱਲਣ ਵਾਲਾ, ਹਰ ਇੱਕ ਲੋੜਵੰਦ ਗਰੀਬ ਦੇ ਕੰਮ ਆਉਣ ਵਾਲਾ, ਸੰਸਾਰ ਵਿੱਚ ਚੰਗੇ ਕੰਮ ਕਰਦਾ ਹੈ ਤੇ ਦੁਨੀਆ ਵਡਿਆਈ ਕਰੇਗੀ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਹਿਬ ਜੀ ਕਹਿ ਰਹੇ ਹਨ 68 ਤੀਰਥਾਂ ਦਾ ਇਸ਼ਨਾਨ ਵੀ ਉਸ ਨੂੰ ਹਿਰਦੇ ਵਿੱਚੋਂ ਹੋ ਜਾਵੇਗਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸਾਹਿਬ ਜੀ ਕਹਿ ਰਹੇ ਹਨ ਜੀਵਾਂ ਤੇ ਦਇਆ ਕਰਦਾ ਹੈ, ਲੋੜਵੰਦਾਂ ਦੇ ਕੰਮ ਆਉਣਾ ਹੈ, ਲੋੜਵੰਦਾਂ ਦੀ ਮਦਦ ਕਰਦਾ ਹੈ। ਤੇ ਸਭ ਤੋਂ ਵੱਡੀ ਸੇਵਾ ਜੀਵਾਂ ਤੇ ਦਇਆ ਕਰਨੀ ਹੈ। ਸਭ ਤੋਂ ਵੱਡਾ ਪੁੰਨ ਰੱਬ ਜੀ ਦੀ ਇਬਾਦਤ ਕਰਨਾ ਹੈ। ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਸ ਲਈ ਭਾਗਾਂ ਵਾਲਿਓ ਗੁਰੂ ਕੇ ਗੁਣ ਗਾਈਏ, ਗੁਰੂ ਕੀ ਇਬਾਦਤ ਕਰੀਏ, ਤਾਂ ਕਿ ਸੰਸਾਰ ਦੇ ਵਿੱਚ ਲੋਕ ਸੁਖੀਏ, ਪਰਲੋਕ ਸਹੇਲੇ ਹੋ ਸਕੀਏ। ਸਤਿਗੁਰਾਂ ਦੇ ਪਾਵਨ ਹੁਕਮ ਦੇ ਕੇਵਲ 4 ਪੰਕਤੀਆਂ ਦੀ ਵਿਚਾਰ ਸੰਖੇਪ ਰੂਪ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ। ਸਮਾਂ ਬਹੁਤ ਹੋ ਚੁੱਕਾ ਹੈ। ਜੇ ਸ਼ਬਦ